ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕੱਲ ਯੂਨੀਅਨ ਬਜਟ ਪ੍ਰੈਜ਼ੈਂਟ ਹੋਣ ਜਾ ਰਿਹਾ ਹੈ ਬਾਈ ਨਿਰਮਲਾ ਸੀਤਾਰਮਨ ਤੇ ਇਹ ਆਪਣੇ ਆਪ ਵਿੱਚ ਇੱਕ ਹਿਸਟੋਰਿਕ ਮੂਮੈਂਟ ਹੈ। ਇਹ 9th ਕੰਜ਼ੈਕਟਿਵ ਬਜਟ ਹੋਵੇਗਾ ਤੇ ਇੰਡੀਆ ਦੀ ਹਿਸਟਰੀ ਵਿੱਚ ਪਹਿਲੀ ਵਾਰ ਕੋਈ ਵਿਮਨ ਫਾਈਨੈਂਸ ਮਿਨਿਸਟਰ ਇਹ ਮਾਈਲਸਟੋਨ ਅਚੀਵ ਕਰੇਗੀ। ਇੱਕ ਟੈਕਸ ਪ੍ਰੋਫੈਸ਼ਨਲ ਦੇ ਤੌਰ ਤੇ ਮੈਂ ਇਹ ਕਹਿਣਾ ਚਾਹਾਂਗਾ ਕਿ ਇਸ ਵਾਰ ਬਜਟ ਸਿਰਫ ਐਨੂਅਲ ਨੰਬਰ ਨਹੀਂ ਬਲਕਿ ਅਗਲੇ ਕਈ ਸਾਲਾਂ ਦੀ ਪਾਲਿਸੀ ਡਾਇਰੈਕਸ਼ਨ ਦਾ ਸਿਗਨਲ ਹੋਵੇਗਾ। ਮਾਰਕੀਟਸ, ਕਾਰਪੋਰੇਟਸ ਤੇ ਆਮ ਟੈਕਸ ਪੇਅਰ ਸਭ ਫਾਰਵਰਡ ਲੁਕਿੰਗ ਰੋਡ ਮੈਪ ਦੀ ਉਮੀਦ ਕਰ ਰਹੇ ਨੇ। ਗਲੋਬਲ ਮਾਹੌਲ ਥੋੜਾ ਚੈਲੰਜਿੰਗ ਹੈ ਬਟ ਇੰਡੀਆ ਦੀ ਮੈਕਰੋ ਫੰਡਾਮੈਂਟਲਸ ਅੱਜ ਵੀ ਸਟਰੋਂਗ ਨੇ। ਪਿਛਲੇ ਕਈ ਬਜਟਸ ਵਿੱਚ ਗਵਰਨਮੈਂਟ ਨੇ ਇੱਕ ਕਲੀਅਰ ਅਪਰੋਚ ਫੋਲੋ ਕੀਤੀ ਹੈ। ਇਨਫਰਾਸਟ੍ਰਕਚਰ ਤੇ ਕੈਪੀਟਲ ਐਕਸਪੈਂਡੀਚਰ ਨੂੰ ਪ੍ਰਾਇੋਰਟੀ ਦੇਣੀ, ਟੈਕਸ ਰੇਟ ਵਿੱਚ ਸਡਨ ਸ਼ੌਕ ਤੋਂ ਪਰਹੇਜ਼ ਤੇ GST ਤੇ ਇਨਕਮ ਟੈਕਸ ਵਿੱਚ ਕੰਪਲਾਇੰਸ ਸਿੰਪਲੀਫਾਈ ਕਰਨ ਦਾ ਪੁਸ਼ ਤੇ ਸਭ ਤੋਂ ਜ਼ਰੂਰੀ ਫੋਰਨ ਇਨਵੈਸਟਮੈਂਟਸ ਅਟਰੈਕਟ ਕਰਨ ਲਈ ਸਟੇਬਿਲਿਟੀ। ਮੇਰੀ ਐਕਸਪੈਕਟੇਸ਼ਨ ਹੈ ਕਿ ਬਜਟ 2026 ਵੀ ਇਸੇ ਸਟੈਡੀ ਰਿਫਾਰਮ ਮਾਡਲ ਨੂੰ ਅੱਗੇ ਵਧਾਵੇ ਤੇ ਡਿਸਟਰਪਸ਼ਨ ਚੇਂਜ ਤੋਂ ਜ਼ਿਆਦਾ ਪ੍ਰੈਡਿਕਟੇਬਿਲਿਟੀ ਪ੍ਰੋਗਰੈਸ ਨੂੰ ਲਾਵੇ। GST ਵੱਲ ਸਾਈਡ ਤੇ ਸੈਪਟੈਂਬਰ ਵਿੱਚ ਹੋਈ 56th GST ਕਾਉਂਸਲ ਮੀਟ ਨੇ ਕੁਝ ਆਲਰੇਡੀ ਇੰਪੋਰਟੈਂਟ ਗਰਾਊਂਡਵਰਕ ਕਰ ਦਿੱਤਾ ਸੀ। ਕੰਪਲਾਇੰਸ ਸਿਸਟਮ, ਰੇਟ ਰੈਸ਼ਨਲਾਈਜੇਸ਼ਨ ਡਿਸਕਸ਼ਨਸ ਤੇ ITC ਡਿਸਪਲਿਨ ਬਾਰੇ ਡਾਇਰੈਕਸ਼ਨ ਮਿਲੀ ਸੀ। ਮੇਰੀ ਪ੍ਰੋਫੈਸ਼ਨਲ ਰੀਡਿੰਗ ਇਹ ਹੈ ਕਿ ਬਜਟ 2026 ਵਿੱਚ ਕਈ ਅਨਾਉਂਸਮੈਂਟਸ ਉਹਨਾਂ ਹੀ ਡੈਲੀਬਰੇਸ਼ਨਸ ਤੇ ਬੇਸ ਹੋ ਸਕਦੀ ਨੇ। ਮੈਂ ਐਕਸਪੈਕਟ ਕਰਦਾ ਕਿ GST ਸਲੈਬਸ ਸਿੰਪਲੀਫਾਈ ਕਰਨ ਵੱਲ ਰੋਡ ਮੈਪ ਆਊਗਾ, ਲਿਟੀਗੇਸ਼ਨ ਰਿਡਿਊਸ ਕਰਨ ਲਈ ਪ੍ਰੋਸੀਜਰਲ ਰਿਲੀਫ ਮਿਲੂ, MSME ਲਈ ਈਜ਼ੀਅਰ ਕੰਪਲਾਇੰਸ ਹੋਵੇ ਤੇ ਰਿਫੰਡ ਟਾਈਮਲਾਈਨਸ ਨੂੰ ਫਾਸਟ ਟਰੈਕ ਕਰਨ ਵਾਸਤੇ ਸਟੈਪਸ ਲਿੱਤੇ ਜਾਣ। ਓਵਰਆਲ GST ਦੀ ਨੈਕਸਟ ਫੇਜ਼ ਇਨਫੋਰਸਮੈਂਟ ਤੋਂ ਜ਼ਿਆਦਾ ਫੈਸਿਲਿਟੇਸ਼ਨ ਵੱਲ ਮੂਵ ਕਰ ਸਕਦੀ ਹੈ ਜੋ ਬਿਜ਼ਨਸ ਲਈ ਪੋਜ਼ਿਟਿਵ ਸਿਗਨਲ ਹੋਵੇਗਾ। ਫੋਰਨ ਟ੍ਰੇਡ ਤੇ ਟੈਰਿਫ ਵਰਗੇ ਟ੍ਰੇਡ ਪਾਲਿਸੀ ਵਿੱਚ ਪਿਛਲੇ ਬਜਟਸ ਦਾ ਟ੍ਰੈਂਡ ਰਹਾ ਹੈ ਸਟ੍ਰੈਟੇਜਿਕ FTAs, ਐਕਸਪੋਰਟ ਪ੍ਰਮੋਸ਼ਨ ਤੇ ਸਿਲੈਕਟਿਵ ਟੈਰਿਫ ਕੈਲੀਬ੍ਰੇਸ਼ਨਸ। ਅੱਗੇ ਜਾ ਕੇ ਮੇਰੀ ਐਕਸਪੈਕਟੇਸ਼ਨ ਇਹ ਹੈ ਐਕਸਪੋਰਟਸ ਲਈ ਸਕੀਮ ਸਟ੍ਰੀਮਲਾਈਨ ਹੋਣ, ਕਸਟਮਸ ਡਿਊਟੀ ਕੇਅਰਫੁਲੀ ਫਾਈਨ ਟਿਊਨ ਹੋਣ ਤਾਂ ਜੋ ਮੈਨੂਫੈਕਚਰਿੰਗ ਨੂੰ ਸਪੋਰਟ ਕਰ ਪਾਏ ਤੇ ਇੰਡੀਆ ਨੂੰ ਗਲੋਬਲ ਵੈਲਿਊ ਸਪਲਾਈ ਚੇਨ ਵਿੱਚ ਔਰ ਡੀਪਲੀ ਇੰਟੀਗ੍ਰੇਟ ਕੀਤਾ ਜਾਵੇ। ਇਹ ਅਪਰੋਚ ਇੰਡੀਆ ਨੂੰ ਲੌਂਗ ਟਰਮ ਮੈਨੂਫੈਕਚਰਿੰਗ ਹੱਬ ਬਣਾ ਸਕਦੀ ਹੈ। ਆਮ ਲੋਕਾਂ ਲਈ ਬਜਟ ਦਾ ਸਭ ਤੋਂ ਵਿਜ਼ੀਬਲ ਇੰਪੈਕਟ ਕੰਜ਼ੰਪਸ਼ਨ ਸੈਕਟਰਸ ਵਿੱਚ ਹੁੰਦਾ ਹੈ। ਅੱਜ ਵੀ ਇੱਕ ਮੇਰੀ ਐਕਸਪੈਕਟੇਸ਼ਨ ਹੈ FMCG ਡਿਮਾਂਡ ਨੂੰ ਡਿਸਪੋਜ਼ਲ ਇਨਕਮ ਗਰੋਥ ਨਾਲ ਸਪੋਰਟ ਮਿਲੇ, ਰੀਅਲ ਏਸਟੇਟ ਵਿੱਚ ਹਾਊਸਿੰਗ ਇਨਸੈਂਟਿਵਸ ਤੇ ਅਰਬਨ ਇਨਫਰਾ ਪੁਸ਼ ਸਪੋਰਟ ਮਿਲੇ, ਆਟੋਮੋਬਾਈਲ ਸੈਕਟਰ ਲਈ EV ਇਕੋਸਿਸਟਮ, ਗ੍ਰੀਨ ਮੋਬਿਲਿਟੀ ਤੇ ਸਕ੍ਰੈਪੇਜ ਪਾਲਿਸੀ ਨੂੰ ਹੋਰ ਬੂਸਟ ਮਿਲੇ, ਇਲੈਕਟ੍ਰੋਨਿਕ ਗੈਜਟਸ ਲਈ ਡੋਮੈਸਟਿਕ ਮੈਨੂਫੈਕਚਰਿੰਗ ਇਨਸੈਂਟਿਵਸ ਨਾਲ ਪ੍ਰਾਈਸਿਸ ਸਟੇਬਲ ਰੱਖਣ ਦੀ ਕੋਸ਼ਿਸ਼ ਹੋਵੇ। ਓਵਰਆਲ ਫੋਕਸ ਕੰਜ਼ੰਪਸ਼ਨ ਤੇ ਮੇਕ ਇਨ ਇੰਡੀਆ ਦੋਨੋਂ ਨੂੰ ਬੈਲੈਂਸ ਕਰਕੇ ਨਾਲ ਸਪੋਰਟ ਦਾ ਇਰਾਦਾ ਹੋਵੇ। ਵੈਲਫੇਅਰ ਸਕੀਮਸ ਪਿੱਛੇ ਬਜਟਸ ਵਿੱਚ ਟਾਰਗੇਟਡ ਤੇ ਡਿਜੀਟਲ ਡਿਲੀਵਰੀ ਹੋਣ ਦਾ ਪ੍ਰਸਤਾਵ ਰੱਖਿਆ ਜਾਵੇ। ਫਾਰਵਰਡ ਲੁਕਿੰਗ ਨਜ਼ਰੀਏ ਤੋਂ ਮੈਂ ਐਕਸਪੈਕਟ ਕਰਦਾ ਹਾਂ ਕਿ ਵੀ ਕੋਰ ਸਕੀਮਸ ਲਈ ਫੰਡਿੰਗ ਪ੍ਰੋਜੈਕਟ ਰੱਖੀ ਜਾਵੇ, ਹੈਲਥ, ਵਾਟਰ, ਹਾਊਸਿੰਗ ਤੇ ਐਜੂਕੇਸ਼ਨ ਵਿੱਚ ਇੰਕਰੀਮੈਂਟਲ ਐਕਸਪੈਂਸ਼ਨ ਹੋਵੇ, ਡਾਇਰੈਕਟ ਬੈਨੀਫਿਟ ਟ੍ਰਾਂਸਫਰ ਮੈਕੈਨਿਜ਼ਮ ਨੂੰ ਹੋਰ ਸਟਰੋਂਗ ਕੀਤਾ ਜਾਵੇ। ਐਗਰੀਕਲਚਰ ਆਪਣੀ ਬੈਕਬੋਨ ਹੈ, ਐਗਰੀਕਲਚਰ ਹਮੇਸ਼ਾ ਬਜਟ ਦਾ ਸੈਂਟਰ ਹੁੰਦਾ ਹੈ। ਅੱਗੇ ਜਾ ਕੇ ਮੇਰੀ ਐਕਸਪੈਕਟੇਸ਼ਨ ਇਹ ਹੈ ਕਿ ਇਰੀਗੇਸ਼ਨ ਤੇ ਮਾਈਕਰੋ ਇਰੀਗੇਸ਼ਨ ਤੇ ਫੋਕਸ ਹੋਊਗਾ, ਐਗਰੀ ਐਕਸਪੋਰਟਸ ਪ੍ਰਮੋਟ ਕਰਨ ਲਈ ਇਨਸੈਂਟਿਵਸ ਦੇਵੇ ਜਾਣ, ਫਾਰਮਰਸ ਕ੍ਰੈਡਿਟ ਤੇ ਕ੍ਰੌਪ ਇੰਸ਼ੋਰੈਂਸ ਸਕੀਮਸ ਦੀ ਕੰਟੀਨਿਊਟੀ ਹੋ। ਟ੍ਰੈਂਡ ਇਹ ਹੋ ਸਕਦਾ ਹੈ ਕਿ ਸਬਸਿਡੀਜ਼ ਤੋਂ ਪ੍ਰੋਡਕਟਿਵਿਟੀ ਵੱਲ ਸ਼ਿਫਟ ਹੋ। ਐਂਡ ਵਿੱਚ ਇੱਕ ਐਕਸਪਰਟ ਦੇ ਤੌਰ ਨਾਲ ਮੈਂ ਇੱਕ ਕਾਫੀ ਆਪਟੀਮਿਸਟਿਕ ਹਾਂ। ਬਜਟ 2026 ਤੋਂ ਮੇਰੀ ਨਜ਼ਰ ਵਿੱਚ ਇਹ ਸਿਗਨਲਸ ਮਿਲ ਸਕਦੇ ਨੇ। ਇੱਕ GST ਸਿੰਪਲੀਫਿਕੇਸ਼ਨ, ਟ੍ਰੇਡ ਪਾਲਿਸੀ ਕਲੈਰਿਟੀ, ਟੈਰਿਫ ਫਾਈਨ ਟਿਊਨਿੰਗ, ਕੰਜ਼ੰਪਸ਼ਨ ਸੈਕਟਰ ਸਪੋਰਟ, ਵੈਲਫੇਅਰ ਦੀ ਕੰਟੀਨਿਊਟੀ, ਐਗਰੀਕਲਚਰ ਦੀ ਪ੍ਰੋਡਕਟਿਵਿਟੀ ਵਿੱਚ ਪੁਸ਼, ਇਨਫਰਾਸਟ੍ਰਕਚਰ ਤੇ ਮੋਮੈਂਟਮ ਤੇ ਫਿਸਕਲ ਡਿਸਪਲਿਨ। ਜੇ ਕੱਲ ਬਜਟ ਇਹ ਸਭ ਬੈਲੈਂਸ ਤਰੀਕੇ ਨਾਲ ਡਿਲੀਵਰ ਕਰ ਦਿੰਦਾ ਹੈ ਤੇ ਇੰਡੀਆ ਦੀ ਮੀਡੀਅਮ ਟਰਮ ਗਰੋਥ ਸਟੋਰੀ ਔਰ ਮਜ਼ਬੂਤ ਹੋ ਜਾਵੇਗੀ।
ਅੱਜ ਦੇ ਅਨਸਰਟਨ ਗਲੋਬਲ ਮਾਹੌਲ ਵਿੱਚ ਪਾਲਿਸੀ ਕੰਟੀਨਿਊਟੀ ਤੇ ਰਿਫਾਰਮ ਮੋਮੈਂਟਮ ਹੀ ਇੰਡੀਆ ਦੀ ਸਭ ਤੋਂ ਵੱਡੀ ਸਟਰੈਂਥ ਹੈ। ਬਹੁਤ ਬਹੁਤ ਸ਼ੁਕਰੀਆ।